ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸੰਤ ਕਵੀ ਸਹਿਜ ਅਵਸਥਾ ਦੀ ਮੂਰਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਜਿੱਥੇ ਅਗੰਮੇ ਰਮਜ਼ਾਂ ਦੇ ਵਾਰਤਾਕਾਰ ਅਤੇ ਗੁਰਮੁਖੀ ਵਲਵਲਿਆਂ ਦੇ ਬੇਪਰਵਾਹ ਪਰ ਕੁਦਰਤ ਦੇ ਆਸ਼ਿਕ ਕਵੀ ਸਨ, ਉੱਥੇ ਉਹਨਾਂ ਦੇ ਪਰਮਾਰਥੀ ਅਨੁਭਵ ਮੰਡਲ ਵਿੱਚ ਬਹੁਤ ਸਾਰੇ ਪਰਮਾਰਥ ਦੇ ਫਾਂਦੀ ਗੋਹਜ ਰਮਜ਼ਾਂ ਦੀਆਂ ਉਲਝਣਾਂ ਨੂੰ ਸੁਲਝਾਉਣ ਲਈ ਅਨੇਕ ਸਤਸੰਗੀ ਜਗਿਆਸਾ ਵਸ ਦਰਸ਼ਨ ਪਰਸ਼ਨ ਕਰਨ ਵਾਸਤੇ ਗੁਰਮਤਿ ਗੁਫ਼ਤਗੂ ਕਰਦੇ ਰਹਿੰਦੇ ਸਨ। ਇਹਨਾਂ ਸਤਸੰਗੀ ਮੰਡਲਾਂ ਵਿੱਚ ਕਰਤਾ ਪੁਰਖ ਦੇ ਅਨੁਭਵੀ ਦਰਸ਼ਨ ਪਹਿਚਾਨ ਪ੍ਰਾਪਤੀ ਹਿਤ ਸਵੈ ਦੀ ਪਹਿਚਾਨ, ਆਪਣੀ ਮਾਨਸਿਕ ਦਿਸ਼ਾ, ਸੰਸਾਰ ਦੀ ਕ੍ਰਿਤ ਵਿਰਤ, ਮੇਲ ਮਿਲਾਪ, ਗੁਰੂ ਦੀ ਬਖਸ਼ਿਸ਼ ਪ੍ਰਾਪਤੀ ਆਦਿ ਬਾਰੇ ਜਗਿਆਸੂ ਦੀ ਸਵਾਲ ਅਤੇ ਭਾਈ ਸਾਹਿਬ ਜੀ ਵੱਲੋਂ ਗੁਰਮਤਿ ਦੀ ਰੋਸ਼ਨੀ ਦਾ ਆਸਰਾ ਲੈ ਕੇ ਪਰਮ ਪ੍ਰੇਮ ਵਿੱਚ ਭਿੱਜ ਕੇ ਕੁਝ ਸੰਕੋਚਵੇਂ ਜਵਾਬ ਦਿੱਤੇ ਗਏ ਹਨ। ਕੁਝ ਅਜਿਹੇ ਗੁਰਮੁਖ ਪਿਆਰਿਆਂ ਵੱਲੋਂ ਸਮੇਂ-ਸਮੇਂ 'ਤੇ ਕੁਝ ਸਵਾਲ ਜਵਾਬ ਨੋਟ ਕੀਤੇ ਗਏ ਹਨ। ਕੁਝ ਉਹਨਾਂ ਦੀਆਂ ਲਿਖਤਾਂ ਵਿੱਚੋਂ ਢੂੰਡ ਕੇ ਦਰਜ ਕੀਤੇ ਗਏ ਹਨ। ਇਹਨਾਂ ਦੇ ਸਿਰਲੇਖ ਨਿਰਧਾਰਤ ਨਹੀਂ ਕੀਤੇ ਗਏ। ਇਹਨਾਂ ਬਚਨ ਬਿਲਾਸਾਂ ਦੀ ਬੋਲ ਭਾਸ਼ਾ ਕੁਝ ਪੋਠੋਹਾਰੀ ਹੈ। ਅੱਜ ਅਸੀਂ ਤਕਰੀਬਨ ਸਤੰਬਰ ਅਕਤੂਬਰ 2010 ਵਿੱਚ ਇਸ ਮੈਟਰ ਨੂੰ ਰਿਕਾਰਡ ਕਰ ਰਹੇ ਹਾਂ, ਜਦੋਂ ਕਿ ਇਹ ਗੱਲਬਾਤ ਤਕਰੀਬਨ 1951 ਤੋਂ 1957 ਦੇ ਕਾਲ ਅੰਤਰ 'ਚ ਫੈਲੀ ਹੋਈ ਹੈ। ਅੱਜ ਅਸੀਂ 23 ਸਤੰਬਰ 1951 ਨੂੰ ਅਜੋਕੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਕਸਬੇ ਕਸੌਲੀ ਵਿਖੇ ਸਰ ਤੇਜਾ ਸਿੰਘ ਜੀ ਮਲਿਕ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਰਾਜ ਰਾਣੀ ਜੀ ਦੇ ਨਿਵਾਸ ਰਾਜਵਿਲਾ ਵਿਖੇ ਪਹਾੜ ਦੀ ਸੈਰ ਕਰਦਿਆਂ ਸਰਦਾਰ ਗੁਰਦਿੱਤ ਸਿੰਘ ਜੀ ਮੱਲਣ ਅਤੇ ਸਰਦਾਰ ਹਰਨਾਮ ਸਿੰਘ ਜੀ ਆਨੰਦ ਵੱਲੋਂ ਕੀਤੇ ਗਏ ਜਗਿਆਸਾ ਵਸ ਪ੍ਰਸ਼ਨ ਅਤੇ ਭਾਈ ਸਾਹਿਬ ਜੀ ਵੱਲੋਂ ਦਿੱਤੇ ਗਏ ਉੱਤਰਾਂ ਨੂੰ ਬਚਨ ਬਿਲਾਸ ਦੇ ਰੂਪ ਵਿੱਚ ਲੈ ਰਹੇ ਹਾਂ। ਇਹਨਾਂ ਦੀ ਸਵਾਲਾਂ ਦਾ ਬਾਰ-ਬਾਰ ਜ਼ਿਕਰ ਨਹੀਂ ਆਵੇਗਾ, ਕੇਵਲ ਭਾਈ ਸਾਹਿਬ ਜੀ ਉੱਤਰ ਹੀ ਸਿਲਸਿਲੇਵਾਰ ਬਿਆਨ ਕਰਨਗੇ, ਜੋ ਅੱਜ ਦੀ ਆਵਾਜ਼ ਵਿੱਚ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੇ ਜਾ ਰਹੇ ਹਨ। ਇੱਕ ਵਾਰੀ ਇਕਾਗਰ ਮਨ ਆਪਣੇ ਚਿੱਤ ਨੂੰ ਟਿਕਾ ਕੇ ਪਿਆਰ ਨਾਲ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਤਨ ਲਾਲ ਜਾਂਕਾ ਕਛੂ ਨਾ ਮੋਲ, ਭਰੇ ਭੰਡਾਰ ਆਖੁਟ ਆਤੋਲ। ਇਹ ਪਾਵਨ ਪਵਿੱਤਰ ਬਾਣੀ ਰਾਗ ਗੌੜੀ ਮਹਲਾ ਪੰਜਵਾਂ ਅੰਗ 100 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ। ਇਹਨਾਂ ਪਾਵਨ ਪੰਕਤੀਆਂ ਰਾਹੀਂ ਜਗਿਆਸੂਆਂ ਨੇ ਸਿਮਰਨ ਬਾਰੇ ਭਾਈ ਸਾਹਿਬ ਜੀ ਨਾਲ ਬਚਨ ਕੀਤਾ ਹੈ। ਆਪ ਜੀ ਉੱਤਰ ਦੇ ਰਹੇ ਹਨ। ਸਿਮਰਨ ਦਾ ਮੰਤਵ ਰੱਬ ਜੀ ਨਾਲ ਪਿਆਰ ਪਾਉਣਾ,
ਤੇ ਆਪਣੇ ਆਪ ਨੂੰ ਸਾਈਂ ਨਾਲ ਇੱਕਮਿਕ ਕਰਨਾ ਹੈ। ਸਿਰਫ ਮਾਲਾ ਫੇਰਨਾ ਹੀ ਮਨ ਤੋਂ ਸਮਝ ਲੈਣਾ ਮੁਰਦਾ ਸਾਧਨ ਹੈ। ਕੀਰਤਨ ਇਮੋਸ਼ਨ ਪੈਦਾ ਕਰਦਾ ਹੈ। ਇਸ ਵਾਸਤੇ ਆਤਮਾ ਦਾ ਪ੍ਰਮਾਤਮਾ ਨਾਲ ਪਿਆਰ ਪਾਉਣ ਵਿੱਚ ਕੀਰਤਨ ਸਹਾਈ ਹੁੰਦਾ ਹੈ। ਜਿਸ ਤਰ੍ਹਾਂ ਲੱਕੜੀ ਨੂੰ ਲੱਕੜੀ ਨਾਲ ਸਰੇਸ਼ ਜੋੜਦੀ ਹੈ, ਤਿਵੇਂ ਆਤਮਾ ਦਾ ਪ੍ਰਮਾਤਮਾ ਨਾਲ ਜੋੜ ਪ੍ਰੇਮ ਨਾਲ ਹੁੰਦਾ ਹੈ। ਮਨ ਨੂੰ ਨਿਰਮਲ ਕਰਨਾ ਬੜਾ ਜ਼ਰੂਰੀ ਹੈ। ਜਦ ਮਨ ਨਿਰਮਲ ਹੋ ਗਿਆ, ਫਿਰ ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ ਵਾਲੀ ਦਸ਼ਾ ਹੋ ਜਾਂਦੀ ਹੈ। ਜਦ ਫੁੱਲ ਵਿੱਚ ਖੁਸ਼ਬੂ ਵਸ ਜਾਂਦੀ ਹੈ, ਫਿਰ ਭੌਰੇ ਆਪ ਹੀ ਉਸ ਦੇ ਗਿਰਦ ਆ ਜਾਂਦੇ ਹਨ। ਅਸਲ ਚੀਜ਼ ਮਨ ਦਾ ਨਿਰਮਲ ਹੋਣਾ ਹੈ। ਬਾਕੀ ਜੋ ਲੋਕ ਹੋਰ ਭੁਲਾਵੇ ਦਿੰਦੇ ਹਨ, ਉਹ ਤਾਂ ਕੇਵਲ ਭੂਤ ਖੇਡਾਂ ਹਨ। ਸਤਿਗੁਰੂ ਨਾਨਕ ਦੇਵ ਜੀ ਨੂੰ ਫਿਜ਼ੀਕਲੀ ਮਟੀਰੀਅਲਾਈਜ਼ ਜਾਂ ਇੰਝ ਕਹਿ ਲਈਏ ਕਿ ਸਰੀਰਕ ਆਕਾਰ ਵਿੱਚ ਕਰਕੇ ਦਰਸ਼ਨ ਕਰਨ ਦੀ ਬਜਾਏ ਆਪ ਉੱਚੇ ਉੱਠੋ। ਸਤਿਗੁਰੂ ਨਾਨਕ ਦੇਵ ਜੀ ਦੇ ਆਗਮਨ ਵਾਸਤੇ ਪਹਿਲਾਂ ਸਾਡੇ ਹਿਰਦੇ ਦੇ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ। ਗੰਦੇ ਘਰ ਵਿੱਚ ਕੋਈ ਸ਼ਹਿਨਸ਼ਾਹ ਕਿਵੇਂ ਆ ਸਕਦਾ ਹੈ? ਅਸਲੀ ਚੀਜ਼ ਨਾਮ ਸਿਮਰਨ ਹੈ। ਆਪ ਲੋਕ ਇਸ ਨੂੰ ਮਾਮੂਲੀ ਗੱਲ ਸਮਝ ਕੇ ਗੌਰ ਨਹੀਂ ਕਰਦੇ ਤੇ ਕੋਈ ਯੋਗ ਦੇ ਸਾਧਨ ਕਰਨ ਲੱਗ ਜਾਂਦੇ ਹਨ। ਦਸਮ ਦੁਆਰ ਦਾ ਖੁੱਲ੍ਹਣਾ ਜਾਂ ਕੁੰਡਲਨੀ ਦਾ ਸੁਲਝਣਾ ਇਹ ਗੁਰਸਿੱਖੀ ਵਿੱਚ ਨਾਮ ਸਿਮਰਨ ਨਾਲ ਸਹਿਜੇ ਹੀ ਹੋ ਜਾਂਦੇ ਹਨ। ਸਿਮਰਨ ਕਰਨ ਵਾਲੇ ਨੂੰ ਆਪਣੀ ਮਸ਼ਹੂਰੀ, ਮਾਇਆ ਦੀ ਚਾਹ ਤੇ ਕਰਾਮਾਤਾਂ ਤੋਂ ਉੱਚਾ ਉੱਠਣਾ ਚਾਹੀਦਾ। ਇਹ ਚੀਜ਼ਾਂ ਇਸ ਰਸਤੇ ਵਿੱਚ ਰੁਕਾਵਟਾਂ ਹਨ। ਰੱਬ ਜੀ ਅੱਗੇ ਆਪਣੇ ਆਪ ਨੂੰ ਮੁਕੰਮਲ ਸਮਰਪਣ ਕਰ ਦਿਓ, ਫਿਰ ਉਹ ਬਿੱਲੀ ਦੇ ਬਲੂੰਗੜੇ ਵਾਂਗੂ ਸਾਡੀ ਆਪ ਹੀ ਸੰਭਾਲ ਕਰੇਗਾ। ਫਕੀਰ ਨੂੰ ਰੱਬ ਤੇ ਭਰੋਸਾ ਰੱਖਣਾ ਚਾਹੀਦਾ ਹੈ ਤੇ ਅੱਜ ਖਾ ਕੇ ਕੱਲ ਦੀ ਰੋਟੀ ਦਾ ਫਿਕਰ ਨਹੀਂ ਕਰਨਾ ਚਾਹੀਦਾ। ਸਿਰ ਸਿਰ ਰਿਜ਼ਕ ਸਮਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਇੱਕ ਵਾਰਤਾ ਹੈ। ਇੱਕ ਫਕੀਰ ਸੀ। ਉਸ ਵਕਤ ਦੇ ਬਾਦਸ਼ਾਹ ਨੇ ਉਸ ਨੂੰ ਆਪਣੀ ਬੇਟੀ ਦਾ ਡੋਲਾ ਦੇਣਾ ਚਾਹਿਆ। ਫਕੀਰ ਨੇ ਆਖਿਆ, ਇਹ ਮਹੱਲਾਂ ਵਿੱਚ ਨਾਜ ਨਖਰੇ ਨਾਲ ਪਲੀ ਹੈ, ਫਕੀਰੀ ਦੀ ਦੁਸ਼ਵਾਰੀ ਨਹੀਂ ਝੱਲ ਸਕੇਗੀ। ਇਹ ਰੇਸ਼ਮਾਂ ਤੇ ਮਖਮਲਾਂ ਪਹਿਨਦੀ ਹੈ। ਫਕੀਰ ਤਾਂ ਪਾਟੇ ਕੱਪੜੇ ਸਾਈਂ ਦੇ ਤਕਵੇ ਤੇ ਗੁਜ਼ਰਾਨ ਕਰਦੇ ਹਨ। ਬਾਦਸ਼ਾਹ ਨੂੰ ਫਕੀਰ ਦੀ ਬੜੀ ਕਦਰ ਤੇ ਤੌਕੀਰ ਸੀ। ਬਾਦਸ਼ਾਹ ਦੀ ਬੇਟੀ ਵੀ ਸਾਦਗੀ ਦਾ ਜੀਵਨ ਗਰੀਬੀ ਵਿੱਚ ਗੁਜ਼ਾਰਨ ਵਾਸਤੇ ਤਿਆਰ ਹੋ ਗਈ। ਫਕੀਰ ਬਾਦਸ਼ਾਹ ਦੀ ਬੇਟੀ ਨੂੰ ਵਿਆਹ ਕੇ ਆਪਣੀ ਝੌਂਪੜੀ ਵਿੱਚ ਲੈ ਆਇਆ। ਇੱਕ ਦਿਨ ਬਾਦਸ਼ਾਹ ਦੀ ਲੜਕੀ ਨੇ ਇੱਕ ਬਾਸੀ ਰੋਟੀ ਦਾ ਟੁਕੜਾ ਕੱਲ੍ਹ ਲਈ ਰੱਖ ਛੱਡਿਆ। ਜਦ ਫਕੀਰ ਨੇ ਦੇਖਿਆ, ਉਦਾਸ ਹੋ ਗਿਆ। ਕਹਿਣ ਲੱਗਾ, ਸਾਨੂੰ ਰੱਬ ਜੀ ਤੇ ਭਰੋਸਾ ਲੋੜ ਹੈ। ਜਿਹੜਾ ਫਕੀਰ ਕੱਲ੍ਹ ਵਾਸਤੇ ਰੋਟੀ ਲੁਕਾ ਰੱਖਦਾ ਹੈ, ਉਸ ਨੂੰ ਹਾਲੇ ਰੱਬ ਦੀ ਰਾਜ਼ਕ ਤੇ ਸ਼ੱਕ ਹੈ। ਪੱਲੇ ਕਦੀ ਨਾ ਬੰਨ੍ਹਦੇ ਪੰਛੀ ਤੇ ਦਰਵੇਸ਼, ਜਿੰਨਾ ਤਕਵਾ ਰੱਬ ਤੇ ਉਹਨਾਂ ਰਿਜ਼ਕ ਹਮੇਸ਼। ਇਸ ਤਰ੍ਹਾਂ ਇਹ ਬਚਨ ਬਿਲਾਸ ਚੱਲਦਿਆਂ ਅਗਲੀ ਮੰਜ਼ਿਲ ਤੇ ਪਹੁੰਚਦੇ ਹਨ। ਰੌਸ਼ਨੀ ਜਾਂ ਅੱਖ ਦੇ ਬਿੰਦੂ ਤੇ ਲਾਈਟ ਦੇਖਣੀ, ਗੁਰੂ ਸਾਹਿਬਾਨ ਦੀਆਂ ਮੂਰਤਾਂ ਸਮਾਧੀ ਲਾ ਕੇ ਦੇਖਣੀਆਂ, ਇਹ ਤਾਂ ਮਿਸਮਰੇਜੀ ਜਾਂ ਭੂਤ ਵਿਦਿਆ ਹੈ। ਇਹ ਤਮਾਸ਼ਾ ਹੈ। ਜੇ ਕੋਈ ਮੁਰਦੇ ਨੂੰ ਜਵਾਲਣ ਤੱਕ ਦੀ ਕਰਾਮਾਤ ਦੀ ਸ਼ਕਤੀ ਵੀ ਰੱਖਦਾ ਹੈ ਤਾਂ ਉਸ ਦੀ ਕੋਈ ਕੀਮਤ ਨਹੀਂ। ਭਾਈ ਅਸਲ ਚੀਜ਼ ਕਲੇਜੇ ਵਿੱਚ ਠੰਡ ਵਰਤਣਾ ਹੈ। ਸਿਮਰਨ ਨਾਲ ਸੁਭਾਅ ਬਦਲਦਾ ਹੈ।
ਦੀਸਤ ਮਾਸ ਨਾ ਖਾਏ ਬਿਲਾਈ, ਮਹਾ ਕਸਾਬ ਸ਼ੁਰੀਸ਼ ਸੁੱਟ ਪਾਈ। ਰਾਮ ਨੇ ਇੱਕ ਫਕੀਰਨੀ ਅਹਿਲਿਆ ਤਪਸ਼ਣੀ ਨੂੰ ਆਪਣੇ ਪੈਰ ਨਾਲ ਛੋਹ ਦੇ ਕੇ ਤਾਰਿਆ ਸੀ, ਜੋ ਆਪਣੇ ਪਤੀ ਗੌਤਮ ਰਿਸ਼ੀ ਦੇ ਸਰਾਪ ਨਾਲ ਸਿਲ ਹੋ ਗਈ ਸੀ। ਪਰ ਰਾਮ ਨਾਮ ਨੇ ਅਣਗਿਣਤ ਬੰਦਿਆਂ ਨੂੰ ਤਾਰਿਆ ਹੈ। ਇਹਦੀ ਗਵਾਹੀ ਗੁਸਾਈ ਤੁਲਸੀਦਾਸ ਜੀ ਇਉਂ ਦਿੰਦੇ ਹਨ, ਕਹੋ ਕਹਾਂ ਲਗ ਰਾ ਨਾਮ ਬਡਾਈ, ਰਾਮ ਨਾ ਸਕੈ ਨਾਮ ਗੁਣ ਗਾਈ। ਨਾਮ ਰਸਨਾ ਨਾਲ ਜਪਣਾ ਚਾਹੀਦਾ ਹੈ। ਸਰੀਰਕ ਮੰਡਲ ਵਿੱਚ ਲੱਗ ਰਹੇ ਧਿਆਨ ਨੂੰ ਕਿਸੇ ਸਰੀਰਕ ਕਿਰਿਆ ਨਾਲ ਹੀ ਚੁੱਕੀਦਾ ਹੈ। ਉਹ ਹੈ ਜੀਭ। ਜੀਭ ਨਾਲ ਨਾਮ ਜਪਣਾ। ਜੀਭ ਨਾਲ ਜਪਿਆ ਇਹ ਫੇਰ ਆਪੇ ਹੀ ਹੇਠਾਂ ਲੈ ਜਾਂਦਾ ਹੈ, ਹੌਲੀ ਹੌਲੀ ਪ੍ਰਾਣਾਂ ਵਿੱਚ ਵਸ ਜਾਂਦਾ ਹੈ। ਜਿਵੇਂ ਡਿਓੜੀ ਵਿੱਚ ਰੱਖੇ ਦੀਪਕ ਨਾਲ ਦੋਵੇਂ ਪਾਸੇ ਚਾਨਣਾ ਹੁੰਦਾ ਹੈ, ਜੀਭ ਨਾਲ ਨਾਮ ਜਪਣ ਨਾਲ ਦੋਵੇਂ ਅੰਦਰ ਤੇ ਬਾਹਰ ਚਾਨਣ ਹੋ ਜਾਂਦੇ ਹਨ। ਇੰਟਰੋਸਪੈਕਸ਼ਨ ਤੇ ਸਿਮਰਨ ਦੋਨੋਂ ਜ਼ਰੂਰੀ ਹਨ। ਸਿਮਰਨ ਵਿੱਚ ਤਾਕਤ ਹੈ। ਜੇ ਕ੍ਰੋਧੀ ਕਰੇਗਾ ਤਾਂ ਕ੍ਰੋਧ ਵਧਾ ਲਏਗਾ। ਇਸ ਵਾਸਤੇ ਹਰ ਫੁਰਨੇ ਤੇ ਹਰ ਐਕਸ਼ਨ ਨੂੰ ਵਿਚਾਰਨਾ ਵੀ ਜ਼ਰੂਰੀ ਹੈ। ਸਿਮਰਨ ਵਿੱਚ ਵੀ ਵਿਤੋਂ ਵੱਧ ਨਹੀਂ ਕਰਨਾ ਚਾਹੀਦਾ। ਹਉਮੈ ਮਾਰ ਕੇ ਗੁਰਬਾਣੀ ਦੀ ਰੋਸ਼ਨੀ ਹੇਠ ਗੁਰਮੁਖ ਦੇ ਦੱਸੇ ਰਾਹ ਤੇ ਚੱਲਣ ਦੀ ਲੋੜ ਹੈ। ਪਹਿਲਾਂ ਸਿਮਰਨ ਮੈਲ ਘਟਦਾ ਹੈ, ਫਿਰ ਨਿਰਮਲ ਮਨ ਵਿੱਚ ਸਿਮਰਨ ਨਾਲ ਵਾਹਿਗੁਰੂ ਦਾ ਵਾਸਾ ਹੁੰਦਾ ਹੈ। ਥੋੜਾ ਥੋੜਾ ਰੋਜ਼ ਸਿਮਰਨ ਕਰਨ ਨਾਲ ਇਹ ਲਗਾਤਾਰ ਲਿਵ ਬਣ ਜਾਂਦੀ ਹੈ ਤੇ ਇਟਰਨਲ ਸੂਚ ਵਿੱਚ ਲੈ ਜਾਂਦਾ ਹੈ। ਸਤਿਗੁਰਾਂ ਨੇ ਸਿੱਖ ਨੂੰ ਖੁੱਡ ਤੇ ਚੂਹੇ ਨਹੀਂ ਬਣਾਇਆ ਜੋ ਪਹਾੜਾਂ ਦੀਆਂ ਕੁੰਦਰਾਂ ਵਿੱਚ ਵੜ ਕੇ ਸਮਾਧੀਆਂ ਲਾ ਬੈਠਣ। ਅਸਾਂ ਨੇ ਗ੍ਰਸਤ ਵਿੱਚ ਰਹਿ ਕੇ ਹੱਸਦੇ ਖੇਲਦੇ ਖਾਂਦੇ ਪੀਂਦੇ ਜਗਤ ਫਸਾਉਦੀਆਂ ਤੋਂ ਉੱਪਰਲੀ ਫਿਜ਼ਾ ਵਿੱਚ ਤਰਦਿਆਂ ਨਿਰਲੇਪ ਰਹਿ ਕੇ ਗੁਰਮੁਖ ਬਣਨਾ ਹੈ। ਫਿਰ ਜਗਿਆਸੂ ਨੇ ਸਵਾਲ ਕੀਤਾ। ਭਾਈ ਸਾਹਿਬ ਜੀ ਸਹਿਜ ਵਿੱਚ ਉੱਤਰ ਦੇਣ ਲੱਗੇ, ਲੱਗਾ ਰਹਿ ਤਾਂ ਲੱਗਾ ਰਹੋ, ਹਰਦਮ ਕਦੀ ਨਾ ਡੋਲ। ਸਤਿਗੁਰੂ ਨਾਨਕ ਸਭ ਤੋਂ ਵੱਡਾ ਹੈ। ਮੈਂ ਹੋਰਨਾਂ ਧਾਰਮਿਕ ਆਗੂਆਂ ਦੀ ਵੀ ਕਦਰ ਕਰਦਾ ਹਾਂ, ਪਰ ਗੁਰੂ ਨਾਨਕ ਮੇਰੇ ਲਈ ਸਭ ਤੋਂ ਉੱਚਾ ਹੈ। ਈਸਾ ਦੇ ਰੱਬ ਪਾਸ ਅਮੀਰ ਆਦਮੀ ਦੀ ਪਹੁੰਚ ਨਹੀਂ। ਕਿਉਂ? ਉਹ ਕਹਿੰਦਾ ਹੈ ਊਠ ਦਾ ਸੂਈ ਦੇ ਨੱਕੇ ਵਿੱਚੋਂ ਨਿਕਲ ਜਾਣਾ ਤਾਂ ਮੁਮਕਿਨ ਹੈ, ਪਰ ਇੱਕ ਅਮੀਰ ਦਾ ਸਾਈਂ ਲਾਗੇ ਪੁੱਜਣਾ ਨਾਮੁਮਕਿਨ। ਪਰ ਵੇਖੋ ਨਾ, ਬਾਬੇ ਨਾਨਕ ਦੇ ਦਰਬਾਰ ਅਮੀਰ ਤੇ ਗਰੀਬ ਦੋਹਾਂ ਦੀ ਰਸਾਈ ਇੱਕ ਬਰਾਬਰ ਹੈ। ਬਸ ਹਿਰਦੇ ਵਿੱਚ ਯਾਦ ਦੀ ਕਣੀ ਹੋਵੇ ਸੇ। ਜਦ ਤੱਕ ਸਾਡਾ ਮਨ ਦੇਸ਼ ਕਾਲ ਨਿਮਿਤ ਵਿੱਚ ਹੈ, ਰੱਬ ਨੂੰ ਨਹੀਂ ਜਾਣ ਸਕਦਾ, ਕਿਉਂਕਿ ਇਹ ਰੱਬ ਨੂੰ ਸੀਮਾ ਵਿੱਚ ਬੰਨ੍ਹਣਾ ਲੋਚਦਾ ਹੈ। ਰੱਬ ਕਦੀ ਦੇਸ਼ ਕਾਲ ਦੀ ਸੀਮਾ ਵਿੱਚ ਨਹੀਂ ਆ ਸਕਦਾ। ਸਿਮਰਨ ਵਿੱਚ ਸੁਰਤ ਨੂੰ ਲਾ ਕੇ ਅਸਾਂ ਟਾਈਮ ਸਪੇਸ ਤੇ ਕੈਜ਼ੁਅਲਟੀ ਭਾਵ ਦੇਸ਼ ਕਾਲ ਨਿਮਿਤ ਤੋਂ ਮਨ ਨੂੰ ਉੱਪਰ ਚੁੱਕਣਾ ਹੈ। ਗੁਰਸਿੱਖ ਸਿਮਰਨ ਨਾਲ ਟਾਈਮ ਤੋਂ ਉੱਤੇ ਧਿਆਨ ਨਾਲ ਦੇਸ਼ ਤੇ ਵਾਹਿਗੁਰੂ ਜੀ ਨੂੰ ਭਾਵ ਸਿਰਜਣਹਾਰ ਪ੍ਰਤੀਤ ਕਰਕੇ ਉਸ ਦੀ ਰਜ਼ਾ ਤੇ ਸ਼ਾਕਰ ਹੋ ਕੇ ਵਿਸਮਾਦ ਵਿੱਚ ਪਹੁੰਚਦਾ ਹੈ ਤੇ ਮਨ ਨੂੰ ਆਗੁਣਾ ਮਨ ਭਾਵ ਉਨਮਨ ਕਰਦਾ ਹੈ। ਇਸ ਤਰ੍ਹਾਂ ਨਾਲ ਦੇਸ਼ ਕਾਲ ਨਿਮਿਤ ਦੀ ਵਿੱਥ ਨੂੰ ਮੇਟ ਕੇ ਸਾਈਂ ਮਿਲਾਪ ਹੋ ਜਾਂਦਾ ਹੈ। ਇਹ ਅਮਲੀ ਤਰੀਕਾ ਹੈ ਸਾਈਂ ਦੀ ਪ੍ਰਾਪਤੀ ਦਾ। ਵਾਹਿਗੁਰੂ ਦਾ ਸਿਮਰਨ ਕਰਦਿਆਂ ਜਾਂ ਕਿਸੇ ਨੂੰ ਸੁੰਦਰਤਾ ਦੇ ਝਲਕਾਰੇ ਤੋਂ ਕਦੀ ਇੱਕ ਛਿਣ ਆ ਜਾਂਦੀ ਹੈ, ਜਦ ਮਨ ਤੇ ਪ੍ਰਤੀਤੀ
ਪਿੱਛੇ ਰਹਿ ਜਾਂਦੀਆਂ ਹਨ ਤਾਂ ਹੱਦ ਵਿੱਚ ਰਹਿਣ ਵਾਲੀ ਰੂਹ ਹੱਦੋਂ ਪਾਰ ਵਾਹਿਗੁਰੂ ਨਾਲ ਜਾ ਛੂਹੰਦੀ ਹੈ। ਇਸ ਅਵਸਥਾ ਤੋਂ ਜਦ ਅਸੀਂ ਹੇਠ ਆਉਂਦੇ ਹਾਂ ਤਾਂ ਸਾਡੇ ਮੂੰਹੋਂ ਸਹਿਜ ਸੁਭਾਅ ਵਾਹ ਵਾਹ ਨਿਕਲਦੀ ਹੈ। ਆਪਣਾ ਕੰਮ ਕਾਜ ਕਰਦੇ ਹੋਏ, ਬੱਚਿਆਂ ਨੂੰ ਪਾਲਦੇ ਹੋਏ ਸਿਮਰਨ ਵਿੱਚ ਲੱਗੇ ਰਹਿਣਾ ਹੈ। ਗ੍ਰਸਥ ਵਿੱਚ ਰਹਿੰਦੇ ਹੋਏ ਜਗਤ ਵੱਲੋਂ ਉਦਾਸ ਰਹਿਣਾ ਹੈ ਤੇ ਨਾਮ ਵਿੱਚ ਲਿਵਲਾਈ ਰੱਖਣੀ ਹੈ। ਨਾ ਕੋ ਮੇਰਾ ਹਾਉ ਕਿਸ ਕੇਰਾ, ਸਾਚਾ ਠਾਕੁਰ ਤ੍ਰੈ ਭਵਨ ਮੇਰਾ। ਗੁਰਮੁਖ ਦੇ ਸਤਸੰਗ, ਜਿਉਂਦੇ ਸਤਸੰਗ ਦੀ ਬੜੀ ਲੋੜ ਹੈ। ਭਾਵ ਸਾਰਥਕ ਗੁਰਮੁਖਾਂ ਦੀ ਸੰਗਤ ਵਿੱਚ ਰਹਿਣਾ, ਗੁਰਮੁਖ ਬਚਨ ਬਿਲਾਸ ਕਰਨੇ, ਗੁਰਮੁਖ ਸ਼ਬਦ ਦਾ ਕੀਰਤਨ ਕਰਨਾ ਤੇ ਗੁਰਮੁਖ ਸ਼ਬਦ ਨੂੰ ਸੁਣਨਾ, ਦੁਹਰਾਉਣਾ। ਅਰਜਨ ਦੇ ਸਵਾਲਾਂ ਦਾ ਜਵਾਬ ਕ੍ਰਿਸ਼ਨ ਨੇ ਦਿੱਤਾ ਹੈ। ਗੁਰਮੁਖ ਜੀ, ਤੁਹਾਡੇ ਸਵਾਲਾਂ ਦਾ ਜਵਾਬ ਦੇਣ ਵਾਲਾ ਵੀ ਕੋਈ ਲੋੜਿੰਦਾ ਹੈ। ਹੁਣ ਇੱਥੇ ਕੋਈ ਕ੍ਰਿਸ਼ਨ ਤਾਂ ਹੈ ਨਹੀਂ। ਕੋਈ ਸਾਧਨ ਹੋਵੇ, ਉਸ ਦੇ ਕਰਨ ਤੋਂ ਪਹਿਲਾਂ ਬਿਰਤੀ ਦਾ ਸੰਸ਼ੇ ਰਹਿਤ ਹੋਣਾ ਬਹੁਤ ਜ਼ਰੂਰੀ ਹੈ। ਇਸ ਵਾਸਤੇ ਆਤਮਾ ਦੇ ਜਗਿਆਸੂ ਨੂੰ ਸਤਸੰਗ ਦੀ ਲੋੜ ਹੈ। ਭਾਵ ਨਾਮ ਜਪਣ ਵਾਲੇ ਗੁਰਮੁਖਾਂ ਦੇ ਜਿਉਂਦੇ ਸਤਸੰਗ ਦੀ ਲੋੜ ਹੈ। ਇਸ ਦੇ ਬਗੈਰ ਨਾਮ ਦ੍ਰਿੜ ਨਹੀਂ ਹੁੰਦਾ। ਗੁਰਮੁਖ ਦੀ ਮਿਲਿਆ ਨਾਮ ਚਿੱਤ ਆਉਂਦਾ ਹੈ। ਨਾਮ ਪਿਆਰਾ ਤੇ ਮਿੱਠਾ ਲੱਗਦਾ ਹੈ। ਗੁਰਮੁਖ ਦੀ ਪਛਾਣ ਵੀ ਪਾਵਨ ਪਵਿੱਤਰ ਬਾਣੀ ਵਿੱਚ ਇਸ ਤਰ੍ਹਾਂ ਦੀ ਦਿੱਤੀ ਗਈ ਹੈ। ਮੰਨ ਲਓ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਜੇ ਤੁਸੀਂ ਕਿਸੇ ਗੰਦੀ ਨਾਲੀ ਦਾ ਪਾਣੀ ਪਾ ਦੇਵੋ ਤਾਂ ਤੁਹਾਨੂੰ ਸਾਰੇ ਮੰਦਾ ਆਖਣਗੇ। ਭਾਵੇਂ ਕਿ ਸਰੋਵਰ ਅਪਵਿੱਤਰ ਨਹੀਂ ਹੋਇਆ, ਪਰ ਜੇ ਸਰੋਵਰ ਵਿੱਚ ਗੰਗੋਤਰੀ ਦਾ ਪਵਿੱਤਰ ਜਲ ਲਿਆ ਕੇ ਪਾ ਦਿਓ ਤਾਂ ਸਾਰੇ ਚੰਗਾ ਚੰਗਾ ਜਾਣਨਗੇ। ਅਸੀਂ ਜਿਵੇਂ ਹਾਂ, ਮੈਲੇ ਪਾਣੀ ਹਾਂ, ਗੰਦੀ ਨਾਲੀ ਦੇ ਪਾਣੀ। ਅਸਾਂ ਪਹਿਲੇ ਨਿਰਮਲ ਜਲ ਬਣਨਾ ਹੈ, ਫਿਰ ਸਾਈਂ ਆਪੇ ਆਪਣੇ ਨਾਲ ਮਿਲਾ ਲਏਗਾ। ਅੱਜ ਕੱਲ੍ਹ ਦੇ ਵੇਦਾਂਤੀਆਂ ਵਾਂਗੂ ਐਵੇਂ ਆਪੇ ਹੀ ਬ੍ਰਹਮ ਨਹੀਂ ਬਣ ਬੈਠਣਾ। ਸਾਡੀ ਆਤਮਾ ਪਰਮਾਤਮਾ ਦੇ ਸਾਹਮਣੇ ਇਸੇ ਤਰ੍ਹਾਂ ਹੈ ਜਿਵੇਂ ਇੱਕ ਸਮੁੰਦਰ ਦੇ ਕਿਨਾਰੇ ਉੱਗੇ ਹੋਏ ਦਰਖਤ ਦੇ ਪੱਤੇ ਤੇ ਇੱਕ ਜਲ ਦੀ ਬੂੰਦ ਹੁੰਦੀ ਹੈ। ਸਮੁੰਦਰ ਹੀ ਉਛਲ ਕੇ ਉਸ ਨੂੰ ਆਪਣੇ ਵਿੱਚ ਮਿਲਾ ਲੈ ਤਾਂ ਮਿਲਾ ਲੈ। ਤਉ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ। ਮਿਲਿਆ ਨਾਲੋਂ ਮਿਲਾਪ ਦੇ ਯਤਨ ਕਰ, ਇਹਦੇ ਵਿੱਚ ਆਨੰਦ ਤੇ ਸਵਾਦ ਹੈ। ਮੰਨ ਲਓ ਕਸੌਲੀ ਪਹਾੜ ਦੇ ਹੇਠੋਂ ਕੋਈ ਗਰਮ ਕੋਟ ਲੈ ਆਇਆ ਹੈ, ਦੂਸਰਾ ਆਦਮੀ ਨਹੀਂ ਲੈ ਕੇ ਆਇਆ। ਜੇ ਉੱਪਰ ਠੰਡ ਕਰਕੇ ਜ਼ਰੂਰਤ ਪੈ ਗਈ ਤਾਂ ਜਿਹੜਾ ਲੈ ਆਇਆ ਹੈ ਇਸਤੇਮਾਲ ਕਰਕੇ ਸੁਖੀ ਹੋ ਜਾਏਗਾ, ਨਹੀਂ ਤਾਂ ਦੂਸਰੇ ਨਾਲੋਂ ਤੇ ਕਿਸੇ ਹਾਲਤ ਵਿੱਚ ਵੀ ਘੱਟ ਨਹੀਂ ਰਹੇਗਾ। ਤੁਸੀਂ ਨਾਮ ਜਪੀ ਜਾਵੋ, ਮਰਨ ਦੇ ਬਾਅਦ ਨਾ ਜਪਣ ਵਾਲਿਆਂ ਨਾਲੋਂ ਤਾਂ ਹਰ ਹਾਲਤ ਵਿੱਚ ਨਫੇ ਵਿੱਚ ਰਹੋਗੇ ਨਾ। ਸ੍ਰੀ ਕਬੀਰ ਜੀ ਇਸ ਬਾਬਤ ਇਸ ਤਰ੍ਹਾਂ ਕਹਿੰਦੇ ਹਨ, ਕਹੋ ਕਬੀਰ ਅੱਖਰ ਦੋਏ ਭਾਗ, ਹੋਏਗਾ ਖਸਮ ਤਾਂ ਲਏਗਾ ਰਾਖ। ਜੇ ਕਿਸੇ ਦੀਆਂ ਚਾਬੀਆਂ ਗੁਆਚ ਜਾਣ ਤਾਂ ਉਸ ਨੂੰ ਹਰਦਮ ਕੰਮ ਕਾਜ ਕਰਦੇ ਨੂੰ ਚਾਬੀਆਂ ਯਾਦ ਆਉਂਦੀਆਂ ਰਹਿੰਦੀਆਂ ਹਨ। ਜੇ ਕਿਧਰੇ ਵਾਹਿਗੁਰੂ ਸਾਨੂੰ ਇਸ ਤਰ੍ਹਾਂ ਹਰ ਵਕਤ ਸਾਡੀ ਯਾਦ ਵਿੱਚ ਆ ਜਾਵੇ, ਜਿਵੇਂ ਚਾਬੀਆਂ ਦੀ ਲੋੜ ਹੈ, ਐਵੇਂ ਨਾਮ ਦੀ ਅਹਿਮੀਅਤ ਦਾ ਮਰਨ ਦੇ ਬਾਅਦ ਪਤਾ ਲੱਗੇਗਾ। ਇੱਥੇ ਇਸ ਸੰਸਾਰ ਵਿੱਚ ਤਾਂ ਸਾਖ ਸੰਬੰਧੀ ਕੰਮ ਆ ਜਾਂਦੇ ਹਨ, ਅੱਗੇ ਗਿਆ ਤਾਂ ਕੇਵਲ ਨਾਮ ਨੇ ਹੀ ਕੰਮ ਆਉਣਾ ਹੈ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੇ। ਇਸ ਤਰ੍ਹਾਂ ਭਾਵ ਤੁਸੀਂ ਸਮਝੋ ਕਿ ਇੱਕ ਵੀਰਜ ਦਾ ਬਿੰਦੂ ਹੈ ਜੋ ਛੋਟੇ ਜਿਹੇ ਕਤਰੇ ਤੋਂ ਅਸਾਂ ਸਾਰਿਆਂ ਦੀ ਬਣਤਰ ਦਾ ਕਾਰਨ ਬਣਦਾ ਹੈ।
ਇਸੇ ਤਰ੍ਹਾਂ ਨਾਮ ਇੱਕ ਨਿਊਕਲੀਅਸ ਹੈ ਜੋ ਸਾਡੇ ਵਿੱਚ ਰੱਬੀਅਤ ਪੈਦਾ ਕਰ ਦਿੰਦਾ ਹੈ। ਨਾਮ ਦਾ ਕਿਣਕਾ ਮਾਨੋ ਜਾਗ ਹੈ। ਜਦ ਤੱਕ ਨਾਮ ਦੀ ਯੂਟਿਲਿਟੀ ਦਾ ਪਤਾ ਨਾ ਲੱਗੇ, ਆਦਮੀ ਬੇਬਹਿਰਾ ਰਹਿੰਦਾ ਹੈ। ਬਾਬਾ ਪ੍ਰਿਥੀ ਚੰਦ ਨੇ ਇਤਨੇ ਉਪਦਰਵ ਗੁਰੂ ਅਰਜਨ ਦੇਵ ਜੀ ਨਾਲ ਤਦੇ ਕੀਤੇ ਕਿ ਉਸ ਨੂੰ ਨਾਮ ਤੇ ਭਰੋਸਾ ਨਹੀਂ ਸੀ। ਨਾਮ ਜਦ ਮਿਲ ਗਿਆ, ਘਾਲ ਤੁਸਾਂ ਆਪ ਕਰਨੀ ਹੈ। ਗੁਰਮੁਖ ਵੀ ਹੁਕਮ ਵਿੱਚ ਵਰਤਦਾ ਹੈ। ਜਿਵੇਂ ਕੋਈ ਕਰਿੰਦਾ ਮੁਨੀਮ ਆਪਣੇ ਮਾਲਕ ਦੇ ਹੁਕਮ ਅੰਦਰ ਰਹਿੰਦਾ ਹੋਇਆ ਗਾਹਕਾਂ ਦੀ ਆਓ ਭਗਤ ਕਰਦਾ ਹੈ, ਉਹਨਾਂ ਨੂੰ ਪਾਣੀ ਦਾ ਗਲਾਸ ਪੀਣ ਵਾਸਤੇ ਲਿਆ ਕੇ ਦੇ ਸਕਦਾ ਹੈ। ਪਰ ਜੇ ਆਪਣੀ ਮਰਜ਼ੀ ਨਾਲ ਦੁਕਾਨ ਤੋਂ ਸੋਨਾ ਚੁੱਕ ਕੇ ਦੇ ਦੇਵੇ ਤਾਂ ਉਸ ਨੂੰ ਕੀਮਤ ਪੱਲਿਓਂ ਭਰਨੀ ਪਵੇਗੀ, ਨਹੀਂ ਤਾਂ ਬੇਈਮਾਨ ਗਿਣਿਆ ਜਾਵੇਗਾ। ਨਾਨਕ ਲੇਖ ਹੈ ਇੱਕ ਗੱਲ, ਹੋਰ ਹਉਮੈ ਚਖਣਾ ਝਾਕ। ਵਿਆਖਿਆ ਪੜ੍ਹਿਆਂ ਵਾਸਤੇ ਕਰਨੀ ਪੈਂਦੀ ਹੈ। ਮਤਲਬ ਦੀ ਗੱਲ ਤਾਂ ਸਿਰਫ ਇੱਕੋ ਹੀ ਹੈ ਕਿ ਵਾਹਿਗੁਰੂ ਹੈ, ਇਹ ਸਦਾ ਯਾਦ ਰਵੇ। ਲੁਧਿਆਣੇ ਦੇ ਲਾਗੇ 6-7 ਮੀਲਾਂ ਦੀ ਵਿੱਥ ਤੇ ਇੱਕ ਪਿੰਡ ਹੈ। ਕੁਝ ਬਰਸ ਹੋਏ ਇੱਥੇ ਇੱਕ ਜ਼ਿਮੀਂਦਾਰ ਜੱਟ ਗੁਰੂ ਦੇ ਪ੍ਰੇਮ ਰੰਗ ਵਿੱਚ ਮੁਸ਼ਕਿਆ ਸੀ। ਉਸ ਦੀ ਬੜੀ ਪ੍ਰਸਿੱਧੀ ਤੇ ਮਾਨਤਾ ਸੀ। ਲੋਕ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੇ ਸਨ। ਸੀ ਉਹ ਅਨਪੜ੍ਹ। ਉਸ ਨੂੰ ਰਾਮ ਦੀ ਰੰਗਣ ਇੱਕ ਰਮਤੇ ਸਾਧੂ ਤੋਂ ਲੱਗੀ ਸੀ। ਉਹ ਇਉਂ ਕਿ ਇੱਕ ਦਿਨ ਉਹ ਆਪਣਾ ਖੂਹ ਗੇੜ ਰਿਹਾ ਸੀ। ਬਲਦ ਹਾਟ ਨੂੰ ਚਲਾ ਰਹੇ ਸਨ ਤੇ ਇਹ ਪਿੱਛੇ ਗਾਦੀ ਤੇ ਬੈਠਾ ਇਹਨਾਂ ਨੂੰ ਹਿੱਕ ਰਿਹਾ ਸੀ। ਗਰਮੀ ਦੇ ਦਿਨ ਸਨ ਕਿ ਸਾਈਂ ਦੇ ਨਾਮ ਵਾਲਾ ਸਾਧੂ ਉਹਦੇ ਖੂਹ ਤੇ ਆ ਨਿਕਲੇ। ਸਾਧੂ ਨੇ ਜੱਟ ਵੱਲ ਮੂੰਹ ਕਰਕੇ ਆਖਿਆ, ਭਾਈ ਮਿੱਤਰਾ, ਪਾਣੀ ਤਾਂ ਪਿਲਾ, ਸਾਈਂ ਤੇਰਾ ਭਲਾ ਕਰੇ, ਪਿਆਸਾ ਹਾਂ। ਜੱਟ ਨੇ ਖੜੋ ਕੇ ਨਮਸਕਾਰ ਕੀਤੀ। ਫਿਰ ਵਿਚਾਰਿਆ, ਸਾਧੂ ਹੈ, ਇਸ ਨੂੰ ਫੋਕਾ ਪਾਣੀ ਕੀ ਪਿਲਾਵਾਂ? ਖੂਹ ਤੇ ਗਾਂ ਬੱਝੀ ਹੈ, ਹੋਵੇ ਨਾ ਤਾਂ ਇਸ ਨੂੰ ਦੁੱਧ ਦੀ ਲੱਸੀ ਬਣਾ ਦੇਵਾਂ। ਇਹ ਸੋਚ ਕੇ ਉਸਨੇ ਚੱਬ ਨਾਲ ਗਾਂ ਚੋਈ ਦੁੱਧ ਕੱਢਿਆ ਤੇ ਇੱਕ ਟਿੰਡ ਵਿੱਚ ਦੁੱਧ ਤੇ ਪਾਣੀ ਬਣਾ ਕੇ ਕੱਚੀ ਲੱਸੀ ਸਾਈਂ ਫਕੀਰ ਦੇ ਅੱਗੇ ਜਾ ਧਰੀ। ਫਕੀਰ ਬਹੁਤ ਪ੍ਰਸੰਨ ਹੋਇਆ, ਅਸੀਸ ਦਿੱਤੀ ਤੇ ਕਹਿਣ ਲੱਗਾ, ਚੌਧਰੀ, ਤੈਨੂੰ ਕਿਵੇਂ ਪਤਾ ਸੀ ਕਿ ਮੈਂ ਭੁੱਖਾ ਹਾਂ? ਮੈਂ ਤਾਂ ਪਾਣੀ ਮੰਗਿਆ ਸੀ, ਤੂੰ ਕੱਚੀ ਲੱਸੀ ਕਰਕੇ ਪਿਲਾ ਦਿੱਤੀ ਹੈ। ਜੱਟ ਨੇ ਉੱਤਰ ਦਿੱਤਾ, ਆਪ ਰੱਬ ਦੇ ਸਾਈਂ ਫਕੀਰ ਹੋ, ਮੇਰੇ ਪਾਸ ਜੋ ਸੀ ਹਾਜ਼ਰ ਕਰ ਦਿੱਤਾ। ਇਹ ਸੁਣ ਕੇ ਫਕੀਰ ਵਿਸਮਾਦ ਰੰਗ ਵਿੱਚ ਆ ਗਿਆ ਤੇ ਕਹਿਣ ਲੱਗਾ, ਵਾਹ, ਜਾ ਜੋ ਤੇਰੇ ਪਾਸ ਸੀ ਤੂੰ ਆਪਣੀ ਮਰਜ਼ੀ ਨਾਲ ਮੈਨੂੰ ਅਰਪਣ ਕੀਤਾ ਹੈ, ਜੋ ਸਾਡੇ ਪਾਸ ਹੈ ਅਸੀਂ ਆਪਣੀ ਮਰਜ਼ੀ ਨਾਲ ਤੈਨੂੰ ਅਰਪਣ ਕਰ ਦਿੰਦੇ ਹਾਂ। ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪਿੱਛੇ ਜੱਟ ਨੇ ਵੀ ਇਸੇ ਤਰ੍ਹਾਂ 3 ਵਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫਕੀਰ ਨੇ ਕਿਹਾ, ਬਸ ਕਹੀ ਚੱਲ ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਫਿਰ ਦੇਖ ਰੰਗ ਵਾਹਿਗੁਰੂ ਸਾਈਂ ਦੇ ਕਿ ਇਸ ਵਾਹਿਗੁਰੂ ਵਾਹਿਗੁਰੂ ਨੂੰ ਕੀ ਫਲ ਲੱਗਦੇ ਹਨ। ਇਹ ਕਹਿ ਕੇ ਫਕੀਰ ਤਾਂ ਚਲਾ ਗਿਆ ਤੇ ਇਹ ਜੱਟ ਵਾਹਿਗੁਰੂ 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 ਕਰਨ ਲੱਗ ਪਿਆ। ਉਸ ਨੂੰ ਹੋਰ ਗੱਲਾਂ ਸਾਰੀਆਂ ਵਿਸਰ ਗਈਆਂ, ਬਸ ਚੇਤੇ ਰਿਹਾ ਤੇ ਇੱਕ ਵਾਹਿਗੁਰੂ। ਬਸ ਇਸੇ ਨਾਮ ਦੀ ਰੱਟ ਲਾ ਬੈਠਾ, ਦਿਨ ਰਾਤ ਇਹੀ ਜਾਪ ਕਰੀ ਜਾਵੇ। ਕੁਝ ਸਮੇਂ ਦੇ ਬਾਅਦ ਪਿੰਡ ਵਾਲਿਆਂ ਨੇ ਵੇਖਿਆ ਕਿ ਮੂੰਹੋਂ ਜੋ ਕਹਿੰਦਾ ਹੈ ਸੱਚ ਹੋ ਜਾਂਦਾ ਹੈ। ਹੋਰ ਲੋਕ ਤਾਂ ਖੇਤਾਂ ਵਿੱਚ ਹਲ ਵਾਹੁੰਦੇ, ਸੁਹਾਗਾ ਦਿੰਦੇ ਤੇ ਨਦੀਣਾ ਕੱਢਦੇ ਸਨ। ਇਹ ਐਵੇਂ ਮਾਮੂਲੀ ਜਿਹਾ ਖੇਤ ਵਾ ਕੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਖੇਤ ਵਿੱਚ ਬੀਜ ਬੀਜ ਦਿੰਦਾ, ਪਰ ਇਸ ਦੀ ਖੇਤੀ ਹੋਰਨਾਂ ਨਾਲੋਂ ਬਹੁਤ ਫਲਦੀ ਤੇ ਅਨਾਜ ਪੈਦਾ ਕਰਦੀ। ਇਸ ਦੀ ਸਨੇ ਸਨੇ ਲਾਗੇ ਦੇ ਪਿੰਡਾਂ ਵਿੱਚ ਵੀ ਚਰਚਾ ਹੋ ਗਈ। ਲੋਕ ਇਸ ਪਾਸ ਮਨੌਤਾਂ ਮੰਨਣ ਆਉਣ ਲੱਗ ਪਏ। ਇਹ ਜੋ ਸਹਿਜ ਸੁਭਾਅ ਬੋਲ ਦੇਵੇ ਉਹ ਹੋ ਜਾਵੇ, ਵਾਕ ਸਿੱਧੀ ਫੁਰਾਈ। ਆਖਰ ਇਹ ਵਾਹਿਗੁਰੂ ਵਾਹਿਗੁਰੂ ਜਪਣ ਵਿੱਚ ਇੰਨਾ ਮਸਤ ਹੋ ਗਿਆ, ਇਸ ਨੇ ਆਪਣੇ ਘਰ ਵੀ ਜਾਣਾ ਛੱਡ ਦਿੱਤਾ।
ਖੂਹ ਤੇ ਬੈਠ ਰਹੇ ਤੇ ਵਾਹਿਗੁਰੂ 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 ਦੀ ਰੱਟ ਲਗਾਈ ਰੱਖੇ। ਇੱਕ ਦਿਨ ਪਿੰਡ ਦਾ ਨੰਬਰਦਾਰ ਆਇਆ ਤੇ ਆ ਕੇ ਕਹਿਣ ਲੱਗਾ, ਭਾਈ ਤੂੰ ਕੀ ਇੱਥੇ ਕਰ ਰਿਹਾ ਹੈ? ਤੇਰੀ ਘਰ ਵਾਲੀ ਨੂੰ ਤਾਂ ਤੇਰੇ ਭਰਾ ਨੇ ਆਪਣੇ ਘਰ ਪਾ ਲਿਆ। ਇਸ ਨੇ ਸੁਣਿਆ ਤੇ ਮੁਸਕਰਾਇਆ ਤੇ ਕਹਿਣ ਲੱਗਾ, ਭਾਈ ਇਸ ਬਲਾ ਤੋਂ ਤਾਂ ਮੇਰੇ ਮਾਂ ਜਾਏ ਨੇ, ਮੇਰੇ ਭਰਾ ਨੇ ਹੀ ਛੁਡਾਉਣਾ ਸੀ ਨਾ, ਇਹ ਉਪਕਾਰ ਹੋਰ ਕਿਸ ਨੇ ਕਰਨਾ ਸੀ। ਇਹ ਸੁਣ ਕੇ ਨੰਬਰਦਾਰ ਹੈਰਾਨ ਰਹਿ ਗਿਆ। ਜੱਟ ਤਾਂ ਤਰੀਮਤ ਵਾਸਤੇ ਕਤਲ ਕਰ ਦਿੰਦੇ ਹਨ, ਇਸ ਨੇ ਜਰਾ ਵੀ ਬੁਰਾ ਨਹੀਂ ਮਨਾਇਆ, ਸਗੋਂ ਸ਼ੁਕਰ ਕਰ ਰਿਹਾ ਹੈ। ਅਗਨ ਨਿਵਾਜੀ ਸਤਿਗੁਰ ਦੇਵ, ਸੇਵਕ ਆਪਣੇ ਲਾਇਓ ਸੇਵ। ਜਦੋਂ ਦੀ ਇਹ ਵਾਰਤਾ ਹੈ ਉਦੋਂ ਪੰਡਤ ਈਸਰ ਸਿੰਘ ਜੀ ਬੜੇ ਮਸ਼ਹੂਰ ਵਿਦਵਾਨ ਹੋਏ ਹਨ। ਆਪ ਨਿਰਮਲੇ ਸੰਤ ਸਨ ਤੇ ਚਾਰੇ ਵੇਦਾਂ ਦੇ ਵਕਤਾ ਸਨ, ਗੁਰਮੁਖ ਸਨ, ਗੁਰੂ ਘਰ ਦੇ ਸਰਧਾਲੂ ਸਨ। ਭਾਰਤ ਵਿੱਚ ਸਾਰੇ ਸਾਧੂ ਸੰਸਾਰ ਵਿੱਚ ਆਪ ਮੰਨੇ ਪ੍ਰਮੰਨੇ ਸਨ। ਕਹਿੰਦੇ ਹਨ ਆਪ ਜੀ ਨੂੰ ਮਹਾਰਾਜਾ ਨਾਭਾ ਹੀਰਾ ਸਿੰਘ ਜੀ ਨੇ ਇੱਕ ਵੇਰ 1 ਲੱਖ ਰੁਪਈਆ ਭੇਟ ਕਰਨਾ ਚਾਹਿਆ। ਆਪ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਜਦ ਸਰਦਾਰਾਂ ਨੇ ਅਸਰਾਰ ਕੀਤਾ ਕਿ ਸਵਾਮੀ ਜੀਓ ਪ੍ਰਵਾਨ ਕਰ ਲਓ, ਕਿਸੇ ਧਰਮਕਾਰ ਵਿੱਚ ਲੱਗ ਜਾਏਗਾ। ਮਹਾਰਾਜ ਹੀਰਾ ਸਿੰਘ ਵਰਗਾ ਇਸ ਸਮੇਂ ਮੁਲਕ ਵਿੱਚ ਕੋਈ ਦਾਨੀ ਨਹੀਂ ਹੈ। ਆਪ ਜਲਾਲ ਵਿੱਚ ਆ ਗਏ ਤਾਂ ਕਹਿਣ ਲੱਗੇ, ਜੇ ਮਹਾਰਾਜਾ ਹੀਰਾ ਸਿੰਘ ਵਰਗਾ ਕੋਈ ਦਾਨੀ ਨਹੀਂ ਤਾਂ ਈਸਰ ਸਿੰਘ ਵਰਗਾ ਕੋਈ ਵਿਰਕਤ ਸਾਧੂ ਵੀ ਨਹੀਂ ਹੈ। ਜੇ ਹਰਿਦੁਆਰ ਤੋਂ ਨਾਭੇ ਤੱਕ ਹੀ ਹੀਰਾ ਸਿੰਘ ਅਸ਼ਰਫੀਆਂ ਦੀ ਸੜਕ ਬਣਾ ਦੇਵੇ ਤਾਂ ਉਸ ਵੱਲ ਈਸਰ ਸਿੰਘ ਤੱਕੇਗਾ ਵੀ ਨਹੀਂ। ਇਹਨਾਂ ਪੰਡਤ ਈਸਰ ਸਿੰਘ ਹੋਰਾਂ ਪਾਸ ਕਿਸੇ ਨੇ ਉਸ ਜੱਟ ਦਾ ਜ਼ਿਕਰ ਕੀਤਾ ਕਿ ਕਿਵੇਂ ਲੁਧਿਆਣੇ ਲਾਗੇ ਪਿੰਡ ਵਿੱਚ ਇੱਕ ਜੱਟ ਮੁਸ਼ਕਿਆ ਹੈ, ਵਾਹਿਗੁਰੂ ਵਾਹਿਗੁਰੂ ਦੀ ਰੱਟ ਲਾਈ ਰੱਖਦਾ ਹੈ, ਬਗੈਰ ਬਹੁਤ ਹਲਵਾਏ ਜਾਂ ਸੁਹਾਗਾ ਦਿੱਤੇ ਦੇ ਖੇਤੀ ਬਾਕੀਆਂ ਨਾਲੋਂ ਚੰਗੀ ਵੱਢ ਲੈਂਦਾ ਹੈ ਤੇ ਜੋ ਮੂੰਹੋਂ ਕਹਿੰਦਾ ਹੈ ਸੱਚ ਹੋ ਜਾਂਦਾ ਹੈ। ਪੰਡਤ ਈਸਰ ਸਿੰਘ ਜੀ ਸੁਣਦੇ ਰਹੇ। ਜਦ ਉਸਨੇ ਦੱਸਿਆ ਕਿ ਇਸ ਦੀ ਘਰਵਾਲੀ ਇਸ ਦੇ ਭਰਾ ਨੇ ਘਰ ਪਾ ਲਈ ਹੈ, ਜਦ ਇਸ ਨੂੰ ਪਤਾ ਲੱਗਾ ਤਾਂ ਇਹ ਭਰਾ ਨਾਲ ਲੜਿਆ ਨਹੀਂ, ਸਗੋਂ ਕਹਿਣ ਲੱਗਾ, ਇਸ ਬਲਾ ਤੋਂ ਮੇਰੀ ਮਾਂ ਜਾਏ ਭਰਾ ਨੇ ਹੀ ਛੁਡਾਉਣਾ ਸੀ, ਹੋਰ ਇਹ ਉਪਕਾਰ ਕੌਣ ਕਰਦਾ। ਤਾਂ ਪੰਡਤ ਹੋਰੀ ਅਚਰਜ ਹੋ ਗਏ ਤੇ ਉਸ ਪਿੰਡ ਜਾ ਕੇ ਉਸਦੇ ਦਰਸ਼ਨ ਕਰਨ ਦੀ ਸਲਾਹ ਪੱਕੀ ਕਰ ਲਈ। ਆਪ ਆ ਕੇ ਮਿਲੇ ਤਾਂ ਜੋ ਸੁਣਿਆ ਸੀ ਠੀਕ ਸਹੀ ਕੀਤਾ। ਆਪ ਉਸ ਜੱਟ ਨੂੰ ਕਹਿਣ ਲੱਗੇ ਕਿ ਭਾਈ ਤੂੰ ਵਾਹਿਗੁਰੂ ਵਾਹਿਗੁਰੂ ਕਿਉਂ ਕਰਦਾ ਹੈ? ਜੱਟ ਨੇ ਕਿਹਾ, ਮੇਰੇ ਮੁਰਸ਼ਿਦ ਨੇ ਇਹ ਦੱਸਿਆ ਸੀ ਸੋ ਕਰੀ ਜਾਂਦਾ ਹਾਂ, ਮੈਨੂੰ ਕੀ ਪਤਾ ਮੈਂ ਕਿਉਂ ਕਰਦਾ ਹਾਂ। ਪੰਡਤ ਜੀ ਨੇ ਪੁੱਛਿਆ, ਜੇ ਤੂੰ ਵਾਹਿਗੁਰੂ ਵਾਹਿਗੁਰੂ ਕਰਨਾ ਛੱਡ ਦੇਵੇਂ ਤਾਂ ਕੀ ਹੋਵੇ? ਜੱਟ ਬੇਬਲ ਹੋ ਕੇ ਕਹਿਣ ਲੱਗਾ, ਜੇ ਮੈਂ ਵਾਹਿਗੁਰੂ ਵਾਹਿਗੁਰੂ ਕਰਨਾ ਛੱਡ ਦੇਵਾਂ ਤੇ ਮੈਂ ਮਰਦਾ ਹਾਂ। ਮੇਰੇ ਪ੍ਰੀਤਮਾ ਹਉ ਜੀਵਾਂ ਨਾਮ ਤੇ ਆਏ, ਬਿਨ ਨਾਵੇਂ ਜੀਵਨ ਨਾ ਥੀਐ, ਮੇਰੇ ਸਤਿਗੁਰ ਨਾਮ ਦ੍ਰਿੜਾਏ। ਇਹ ਜਵਾਬ ਸੁਣ ਕੇ ਪੰਡਤ ਈਸਰ ਸਿੰਘ ਜੀ ਨੇ ਜੱਟ ਨੂੰ ਨਮਸਕਾਰ ਕੀਤੀ। ਵਾਹਿਗੁਰੂ ਨਾਮ ਜਪਣ ਵਾਲੇ ਦਾ ਇਉਂ ਜੀਵਨ ਆਧਾਰ ਬਣ ਜਾਂਦਾ ਹੈ। ਬ੍ਰਹਮ ਗਿਆਨੀ ਕੈ ਨਾਮ ਆਧਾਰ। ਵਾਹਿਗੁਰੂ 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 ਵਾਹਿਗੁਰੂ। ਅੱਜ ਦੀ ਜਗਿਆਸਾ ਦੇ ਪ੍ਰਥਾਏ ਭਾਈ ਸਾਹਿਬ ਜੀ ਨੇ ਫਰਮਾਇਆ ਹੈ, ਅਸੀਂ ਤਾਂ ਦਾਤਾ ਜੀ ਦੇ ਦਰ ਤੇ ਬੈਠੇ ਰਹਿਣਾ ਹੈ। ਦਰ ਤੋਂ ਪਰੇ ਸਾਡੇ ਆਪਣੇ ਔਗਣ ਹੀ ਰੱਖ ਰਹੇ ਹਨ। ਸਾਰਾ ਦਿਨ ਅਸੀਂ ਆਬਜੈਕਟਲੀ ਪਦਾਰਥਾਂ ਵਿੱਚ ਹੀ ਰੁੱਝੇ ਰਹਿੰਦੇ ਹਾਂ। ਇਸ ਵਾਸਤੇ ਅਸੀਂ ਤਰਲੇ ਵੀ ਕਰਦੇ ਹਾਂ,
ਜਦ ਕਦੇ ਸਬਜੈਕਟਿਵਲੀ ਆਤਮੀਅਤਾ ਵਿੱਚ ਜਾਈਏ ਤਾਂ ਮਿਲਾਪ ਸੰਭਵ ਹੈ। ਦਹਲੀਜ਼ਾਂ ਤੇ ਬੈਠਣਾ ਸਾਧਨਾ ਹੈ ਤੇ ਸਾਧਨ ਮਿਲਾਪ ਦਾ ਕਾਰਨ ਬਣਦੇ ਹਨ। ਗੁਰਮਤਿ ਸਿਖਲਾਉਂਦੀ ਹੈ ਅਨੰਤ ਇੰਤਜ਼ਾਰ, ਅਨੰਤ ਪਿਆਰ, ਫਿਰ ਅਨੰਤ ਦਇਆ। ਵਾਹਿਗੁਰੂ ਜੀ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਫਿਰ ਇਸ ਸ੍ਰਿਸ਼ਟੀ ਦੇ ਮਨੁੱਖੀ ਸਰੀਰਾਂ ਦੀ ਛਪਰੀ ਬਣਾ ਕੇ ਉਹਦੇ ਵਿੱਚ ਹੀ ਲੁਕ ਬੈਠਾ ਹੈ। ਸਾਡੀ ਉਸ ਤੋਂ ਕੋਈ ਵੱਖਰੀ ਹੋਂਦ ਨਹੀਂ ਹੈ, ਉਹ ਸਾਡੇ ਵਿੱਚ ਹੈ, ਅਸੀਂ ਉਸ ਵਿੱਚ ਹਾਂ। ਬਸ ਸਾਡਾ ਕੰਮ ਹੈ ਖੇਤ ਨੂੰ ਗੋਡੀ ਜਾਣਾ, ਮਜ਼ਦੂਰੀ ਦੇਣਾ ਮਾਲਕ ਦਾ ਕੰਮ ਹੈ। ਜਿਸ ਤਰ੍ਹਾਂ ਜਦ ਇੱਕ ਵਾਰੀ ਲੱਕੜੀ ਨੂੰ ਅੱਗ ਲੱਗ ਜਾਏ ਉਹ ਫਿਰ ਬੁਝਦੀ ਨਹੀਂ, ਇਸੇ ਤਰ੍ਹਾਂ ਸਾਡੀ ਵਾਹਿਗੁਰੂ ਨਾਲ ਮਿਲਾਪ ਦੀ ਲਗਨ ਲੱਗ ਜਾਵੇ, ਚਾਹ ਬਣ ਜਾਵੇ ਤੇ ਸਦਾ ਜਾਰੀ ਰਹਿੰਦੀ ਹੈ। ਦੁਨੀਆ ਤਪ ਰਹੀ ਹੈ, ਸਿਮਰਨ ਨਾਲ ਠੰਡ ਪੈਂਦੀ ਹੈ। ਸਿਮਰਨ ਅਭਿਆਸੀ ਨੂੰ ਇਹ ਵੀ ਕਾਫੀ ਹੈ। ਪੁੱਗੀਆਂ ਹੋਈਆਂ ਰੂਹਾਂ ਰੱਬ ਜੀ ਵਿੱਚ ਸਮਾ ਕੇ ਫਿਰ ਸੰਸਾਰ ਵਿੱਚ ਵਾਪਸ ਆਉਂਦੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ ਨੂੰ ਜੋ ਤਾਰਨਾ ਹੋਇਆ, ਇਸ ਲਈ ਸਾਨੂੰ ਗੁਰੂ ਨਾਨਕ ਦੇਵ ਜੀ ਤੇ ਤਰਸ ਕਰਨਾ ਚਾਹੀਦਾ ਹੈ। ਅਸਾਂ ਉਹ ਸਾਰੇ ਪਰਹੇਜ਼ ਕਰਨੇ ਹਨ, ਦਵਾਈ ਖਾਣੀ ਹੈ ਜੋ ਸਾਡੇ ਉਸ ਵੈਦ ਨੇ ਸਾਨੂੰ ਦੱਸੀ ਹੈ। ਜਿਹੜਾ ਮਰੀਜ਼ ਡਾਕਟਰ ਦੇ ਦੱਸੇ ਪਰਹੇਜ਼ ਨਹੀਂ ਰੱਖਦਾ, ਸਮਝੋ ਡਾਕਟਰ ਤੇ ਤਰਸ ਨਹੀਂ ਕਰ ਰਿਹਾ ਤੇ ਆਪਣੀ ਬਿਮਾਰੀ ਤੇ ਡਾਕਟਰ ਦੀ ਖੇਚਲ ਵਧਾ ਰਿਹਾ ਹੈ। ਇਸ ਤਰ੍ਹਾਂ ਡਾਕਟਰ ਦਾ ਕੰਮ ਕਿਵੇਂ ਘਟੇਗਾ? ਅਸਾਂ ਬ੍ਰਹਮ ਨਹੀਂ ਬਣਨਾ, ਸ਼ੋਹਰਤ ਤੇ ਤਾਕਤ ਨਹੀਂ ਮੰਗਣੀ। ਅਸਾਂ ਉਸਦੇ ਦਰ ਤੇ ਬੈਠ ਕੇ ਉਸਦੇ ਦਰਸ਼ਨ ਦੀ ਚਾਹ ਦੀ ਅਰਦਾਸ ਕਰਨੀ ਹੈ। ਉਸਦੇ ਤ੍ਰਾਣ ਨਾਲ ਹੀ ਉਸ ਨੂੰ ਮਿਲਣਾ ਹੈ। ਮਨ ਤੇ ਸਦਾ ਪਹਿਰਾ ਦੇਣਾ ਹੈ। ਇਹੀ ਬਣਾਉਂਦਾ ਹੈ ਤੇ ਇਹੀ ਵਿਗਾੜਦਾ ਹੈ। ਵਾਹਿਗੁਰੂ ਤੇ ਰੂਹ ਦਾ ਮਿਲਾਪ ਕਿਵੇਂ ਹੁੰਦਾ ਹੈ? ਸਾਨੂੰ ਇਸ ਦਾ ਕਿਸ ਤਰ੍ਹਾਂ ਗਿਆਨ ਹੋ ਸਕਦਾ ਹੈ ਜਦ ਕਿ ਸਾਨੂੰ ਨਦੀ ਤੇ ਸਮੁੰਦਰ ਦੇ ਮਿਲਾਪ ਦਾ ਵੀ ਠੀਕ ਤਰ੍ਹਾਂ ਇਲਮ ਨਹੀਂ ਹੈ। ਇੰਗਲਿਸ਼ ਚੈਨਲ ਬਰਤਾਨੀਆ ਦੇ ਤੇ ਫਰਾਂਸ ਦੇ ਦਰਮਿਆਨ ਵਿੱਚ ਸਮੁੰਦਰੀ ਮਾਰਗ ਹੈ। ਇਸ ਵਿੱਚ ਇੱਕ ਗਰਮ ਪਾਣੀ ਦੀ ਨਦੀ ਵਗਦੀ ਹੈ। ਉਹ ਹੈ ਤੇ ਸਮੁੰਦਰ ਵਿੱਚ, ਪਰ ਉਸ ਦਾ ਪਾਣੀ ਬਾਕੀ ਸਮੁੰਦਰ ਦੇ ਪਾਣੀ ਤੋਂ ਅਲੱਗਾ ਰਹਿੰਦਾ ਹੈ। ਸਾਡੀ ਸੁਰਤ ਦੇ ਦੋ ਹਿੱਸੇ ਹੁੰਦੇ ਹਨ। ਸਿਮਰਨ ਜਾਰੀ ਰਹੇ ਤਾਂ ਉਹ ਸਮਾਂ ਆ ਜਾਂਦਾ ਹੈ ਜਦ ਸੁਰਤ ਦਾ ਉਤਲਾ ਹਿੱਸਾ ਕੰਮਕਾਜ ਕਰਦਾ ਰਹਿੰਦਾ ਹੈ ਤੇ ਨਿਚਲਾ ਹਿੱਸਾ ਨਾਮ ਵਿੱਚ ਰੁੱਝਾ ਰਹਿੰਦਾ ਹੈ। ਉੱਥੇ ਨਾਮ ਜਾਰੀ ਰਹਿੰਦਾ ਹੈ। ਜਿਵੇਂ ਰੋਟੀ ਅਸੀਂ ਮਨ ਦੇ ਗਿਆਤ ਹਿੱਸੇ ਨਾਲ ਖਾਂਦੇ ਹਾਂ, ਅੱਖਾਂ ਦੇਖਦੀਆਂ ਹਨ, ਹੱਥ ਕਰਮ ਕਰਦੇ ਹਨ, ਮੂੰਹ ਚੇਤਦਾ ਹੈ। ਇਹ ਕੁਛ ਤੇ ਸਾਡੇ ਧਿਆਨ ਗੋਚਰ ਹੈ ਉੱਪਰੋਂ ਉੱਪਰੋਂ, ਪਰ ਹਜਮ ਇਸ ਨੂੰ ਅਗਿਆਤ ਹਿੱਸਾ ਹੀ ਕਰਦਾ ਹੈ। ਉੱਥੇ ਸਾਡਾ ਕੋਈ ਦਖਲ ਨਹੀਂ ਹੈ। ਰਾਗੀ ਜਾਂ ਧਾਰਮਿਕ ਕਰਿੰਦਾ ਰੁਪਈਆਂ ਦੀ ਲਾਲਸਾ ਕਰਕੇ ਕੀਰਤਨ ਕਰੇ ਜਾਂ ਸੇਵਾ ਕਰੇ ਤਾਂ ਗੁਰਮੁਖ ਨੂੰ ਸਵਾਦ ਨਹੀਂ ਆਵੇਗਾ। ਉਹ ਉੱਠ ਕੇ ਚਲਾ ਜਾਏਗਾ। ਤੇ ਜੇ ਵਾਹਿਗੁਰੂ ਜੀ ਨੂੰ ਸੁਣਾਉਣ ਦੀ ਖਾਤਰ ਕੀਰਤਨ ਤੇ ਸੇਵਾ ਹੋਵੇ ਤਾਂ ਰਸ ਵੀ ਆਏਗਾ ਤੇ ਉਸ ਨੂੰ ਮਾਇਆ ਵੀ ਬਹੁਤ ਆ ਜਾਏਗੀ। ਕਿਉਂਕਿ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਸ ਅਵਸਥਾ ਨੂੰ ਇਸ ਤਰ੍ਹਾਂ ਕਿਹਾ ਹੈ ਕਿ ਸੁਣਾਉਣ ਵਾਲਾ ਪ੍ਰਵਕਤਾ ਸੰਤੋਖੀ ਹੋਵੇ, ਸੁਣਨ ਵਾਲਾ ਗੁਰਮੁਖ ਸਤਸੰਗੀ ਸਖੀ ਹੋਵੇ। ਫਿਰ ਇਹ ਸਤਸੰਗ ਹੋ ਜਾਏਗਾ, ਅੰਮ੍ਰਿਤ ਚਰੇਗਾ, ਪਦਾਰਥਾਂ ਦੀ ਵੀ ਕੋਈ ਟੋਟ ਨਹੀਂ ਰਹੇਗੀ। ਨਾਮ ਸਿਰਫ ਸਾਧਨ ਨਹੀਂ, ਸਿੱਧੀ ਵੀ ਹੈ। ਨਾਮ ਨਾਮੀ ਨਾਲ ਅਭੇਦ ਹੈ ਤੇ ਉਸੇ ਵਿੱਚ ਲੈ ਜਾਂਦਾ ਹੈ। ਜਿਵੇਂ ਗ੍ਰਾਂਡ ਟਰੰਕ, ਜਿਹਨੂੰ ਜੀਟੀ ਰੋਡ ਵੀ ਆਖਦੇ ਹਾਂ,
ਅੰਮ੍ਰਿਤਸਰ ਪੁੱਜਦੀ ਹੈ ਤੇ ਆਪ ਅੰਮ੍ਰਿਤਸਰ ਦਾ ਹਿੱਸਾ ਵੀ ਹੈ। ਅੰਮ੍ਰਿਤਸਰ ਵੀ ਬਣ ਜਾਂਦੀ ਹੈ ਤੇ ਜਦ ਆਦਮੀ ਪੂਰਨ ਵੀ ਹੋ ਜਾਏ ਤਦ ਵੀ ਨਾਮ ਤੇ ਕੀਰਤਨ ਨਾ ਛੱਡੇ। ਪੰਚਮ ਪਾਤਸ਼ਾਹ ਜੀ ਨੇ ਤਾਂ ਇੱਕ ਥਾਵੇਂ ਆਪਣੀ ਇਹ ਲਾਲਸਾ ਪ੍ਰਗਟ ਕੀਤੀ ਹੈ ਕਿ ਮੇਰੇ ਜਦ ਤੱਕ ਸਾਹ ਹਨ ਮੈਂ ਸਦਾ ਸਿਮਰਨ ਕਰਦਾ ਰਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਅਥਾਹ ਸਾਗਰ ਹੈ। ਆਤਮਿਕ ਬਿਮਾਰਾਂ ਲਈ ਅਪਾਰ ਔਸ਼ਧੀ ਭੰਡਾਰ ਹੈ। ਇਸ ਵਿੱਚ ਸਭ ਬਿਮਾਰੀਆਂ ਦੀ ਦਵਾਈ ਹੈ। ਸਿਰ ਦਰਦ ਵਾਸਤੇ ਸਿਰ ਦਰਦ ਦੀ ਦਵਾਈ ਹੀ ਖਾਣੀ ਚਾਹੀਦੀ ਹੈ, ਨਾ ਕਿ ਪੇਟ ਦਰਦ ਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਅਥਾਹ ਸਾਗਰ ਹੈ। ਆਤਮਿਕ ਬਿਮਾਰੀ ਲਈ ਅਪਾਰ ਔਸ਼ਧੀ ਭੰਡਾਰ ਹੈ। ਇਸ ਵਿੱਚ ਸਭ ਬਿਮਾਰੀਆਂ ਦੀ ਦਵਾਈ ਹੈ। ਫਿਰ ਇਹ ਸਾਨੂੰ ਸੋਝੀ ਹੋਣੀ ਚਾਹੀਦੀ ਹੈ ਕਿ ਸਿਰ ਦਰਦ ਵਾਸਤੇ ਸਿਰਫ ਸਿਰ ਦੀ ਦਵਾਈ ਖਾਣੀ ਚਾਹੀਏ, ਨਾ ਕਿ ਪੇਟ ਦਰਦ ਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਬੜੇ ਧਿਆਨ ਨਾਲ ਕਰੋ। ਫਿਰ ਵੀ ਜੇ ਕੋਈ ਤੁਕ ਜਾਂ ਇਸ਼ਾਰਾ ਸਮਝ ਵਿੱਚ ਨਾ ਆਵੇ ਤਾਂ ਫਿਕਰ ਨਾ ਕਰੋ, ਪਾਠ ਜਾਰੀ ਰੱਖੋ। ਇਹ ਸੰਭਵ ਹੈ ਕੁਛ ਅੱਗੇ ਚੱਲ ਕੇ ਪੂਰਾ ਸ਼ਬਦ ਹੀ ਮਿਲ ਜਾਵੇਗਾ ਉਸ ਨੁਕਤੇ ਨੂੰ ਖੋਲ੍ਹਣ ਵਾਸਤੇ ਜੋ ਪਹਿਲਾਂ ਸਮਝ ਨਹੀਂ ਆਇਆ ਸੀ। ਲੋਕਾਂ ਤੋਂ ਅਰਥ ਜਾਂ ਕਥਾ ਬੜੇ ਸਾਵਧਾਨ ਹੋ ਕੇ ਸੁਣੋ। ਕਈ ਆਪਣੇ ਮਤਲਬ ਵਾਸਤੇ ਗੁੰਮਰਾਹ ਕਰਦੇ ਹਨ। ਯਾਦ ਰੱਖਣਾ, ਨਾਮ ਹੀ ਨਿਰਗੁਣ ਤੇ ਸਰਗੁਣ ਬ੍ਰਹਮ ਹੈ। ਨਾਮ ਹੀ ਪਰਮੇਸ਼ਰ ਹੈ। ਇਸ ਨੁਕਤੇ ਤੋਂ ਕਿਸੇ ਦੇ ਕਥਨ ਨਾਲ ਡੋਲਣਾ ਨਹੀਂ, ਯਕੀਨ ਵਿੱਚ ਬੱਝੇ ਰਹਿਣਾ ਹੈ।